Hello, everybody. Hope all of you are doing well. जी हाँ, सो ਅੱਜ ਅਸੀਂ ਗੱਲ ਕਰਾਂਗੇ ਕਿ ਅਕਸਰ ਮੇਰੇ ਕੋਲ ਕਾਫੀ ਪੇਰੈਂਟਸ ਦੀ ਕੰਪਲੇਨ ਆਉਂਦੀ ਹੈ ਕਿ ਮੇਰਾ ਬੱਚਾ ਆਪਦਾ ਰੂਮ ਨਹੀਂ ਕਲੀਨ ਕਰਦਾ। ਮੇਰਾ ਬੱਚਾ, ਮੈਂ ਬਹੁਤ ਉਹਦੀ ਕੋਸ਼ਿਸ਼ ਕਰਦੀ ਹਾਂ ਵੀ ਉਹ ਆਪਣਾ ਕਮਰਾ ਕਲੀਨ ਕਰੇ ਅਤੇ ਪਰ ਉਹ ਕਮਰਾ ਨਹੀਂ ਕਲੀਨ ਕਰਦਾ। ਸੋ ਫਸਟ ਆਫ ਆਲ, ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਮੋਸਟਲੀ ਇਹ ਵੱਡੇ ਬੱਚਿਆਂ ਦੀ ਪ੍ਰੋਬਲਮ ਆਉਂਦੀ ਆ ਐਂਡ ਮੋਸਟਲੀ ਅਸੀਂ ਜਿਹੜੇ ਵੱਡੇ ਬੱਚਿਆਂ ਦੀ ਜਿਹੜੀ ਉਹਨਾਂ ਦੀ ਆਦਤ ਬਣ ਜਾਂਦੀ ਹੈ। ਸੋ ਇਸ ਆਦਤ ਨੂੰ ਤੋੜਨਾ ਇਹ ਕਾਫੀ ਇੱਕ ਫਰਸਟ੍ਰੇਸ਼ਨ ਵਾਲੀ ਜਰਨੀ ਹੈ, ਇੱਕ ਜਰਨੀ ਹੈ ਜਿੱਥੇ ਔਖੇ ਹੋਵੋਗੇ ਤੁਸੀਂ, ਭਾਵੁਕ ਲੈਵਲ 'ਤੇ ਵੀ ਫਰਸਟ੍ਰੇਸ਼ਨ ਹੋਊਗੀ ਜਿੰਨਾ ਹੀ ਬੱਚਾ ਵੱਡਾ ਹੋਊਗਾ। ਸੋ ਫਸਟ ਆਫ ਆਲ, ਸਭ ਤੋਂ ਪਹਿਲਾਂ ਤਾਂ ਇੱਕ ਐਜ਼ ਅ ਪੇਰੈਂਟ ਅਸੀਂ ਇੱਕ ਬਹੁਤ ਵੱਡੀ ਇਹ ਮਿਸਟੇਕ ਕਰਦੇ ਹਾਂ ਕਿ ਐਂਡ ਸਾਡੇ ਲਈ ਵੀ ਇਹ ਚੀਜ਼ਾਂ ਕੀਤੀਆਂ ਗਈਆਂ ਕਿ ਫੋਰ ਐਗਜ਼ਾਮਪਲ ਜੇ ਅਸੀਂ ਆਪਣੇ ਬੱਚੇ ਨੂੰ ਕੋਈ ਕੰਮ ਲਈ ਕਹਿੰਦੇ ਹਾਂ ਜਾਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਕਲੀਨ ਅਪ ਕਰੇ ਅਤੇ ਅਸੀਂ ਸਾਡਾ ਬੱਚਾ ਟਾਈਮ ਲਾਉਂਦਾ ਵਾ, ਸਾਡਾ ਬੱਚਾ ਬਹੁਤ ਜ਼ਿਆਦਾ ਟਾਈਮ ਲਾਉਂਦਾ ਵਾ ਅਤੇ ਉਸ ਤਰੀਕੇ ਨਾਲ ਵੀ ਕੰਮ ਨਹੀਂ ਕਰਦਾ ਜਿਸ ਤਰੀਕੇ ਨਾਲ ਅਸੀਂ ਚਾਹਿਆ ਹੁੰਦਾ। ਸੋ ਇਹਦਾ ਐਜ਼ ਅ ਰਿਜ਼ਲਟ ਕੀ ਹੁੰਦਾ ਵਾ, ਇਹਦਾ ਅਸੀਂ ਕਹਿੰਦੇ ਕਿ ਚੱਲ ਇਟਸ ਓਕੇ, ਤੂੰ ਪਾਸੇ ਹਟ, ਮੈਂ ਕਰ ਦਿੰਦੀ ਹਾਂ। ਸੋ ਜਦੋਂ ਅਸੀਂ ਐਵੇਂ ਇੰਟਰਵੀਨ ਕਰਦੇ ਹਾਂ ਕਿ ਤੂੰ ਪਾਸੇ ਹਟ ਅਤੇ ਮੈਂ ਕਰਦੀ ਹਾਂ ਅਤੇ ਇੱਥੋਂ ਨਹੀਂ ਇਹ ਕੰਮ ਹੋਣਾ, ਸਾਡਾ ਬੱਚਾ ਇਹ ਮੈਸੇਜ ਲੈ ਲੈਂਦਾ ਵਾ। ਸਾਡਾ ਬੱਚਾ ਇੱਕ ਮੈਸੇਜ, ਮਾਨਸਿਕ ਮੈਸੇਜ ਉਹਨੂੰ ਇਹ ਮਿਲਦਾ ਕਿ ਮੈਂ ਇਹ ਚੀਜ਼ ਕਰ ਹੀ ਨਹੀਂ ਸਕਦਾ ਕਦੇ। ਸੋ ਤੁਸੀਂ ਦੇਖ ਲਓ ਕਿ ਜਦੋਂ ਇੱਕ ਮਾਨਸਿਕ ਸਥਿਤੀ ਤੁਸੀਂ ਆਪਦੀ ਇਹੋ ਜਿਹੀ ਬਣਾ ਲਈ ਕਿ ਮੈਂ ਇਹ ਕੰਮ ਖੋ ਹੀ ਨਹੀਂ ਸਕਦਾ ਮੇਰੇ ਤੋਂ, ਅਤੇ ਤੁਹਾਡੇ ਚਾਂਸਿਸ ਆ ਕਿ ਉਹ ਕੰਮ ਤੁਹਾਡੇ ਤੋਂ ਹੋਊਗਾ ਵੀ ਨਹੀਂ, ਕਿਉਂਕਿ ਤੁਸੀਂ ਮੈਂਟਲ ਐਨਰਜੀ ਨਹੀਂ ਉਸ ਚੀਜ਼ ਦੇ ਵਿੱਚ ਪਾ ਰਹੇ। ਸੋ ਫਸਟ ਆਫ ਆਲ ਤਾਂ ਇਹ ਚੀਜ਼ ਆਪਣੀ ਆਦਤ, ਸੋ ਆਪਣੇ ਬੱਚੇ ਦਾ, ਤੁਹਾਡਾ ਬੱਚਾ ਕਲੀਨ ਅਪ ਰੂਮ ਕਲੀਨ ਕਰੇ, ਇਹਦੇ ਵਿੱਚ ਬਹੁਤ ਚੀਜ਼ਾਂ ਤੁਹਾਨੂੰ ਆਪਣੇ ਆਪ 'ਚ ਬਦਲਣੀਆਂ ਪੈਣੀਆਂ। ਤੁਹਾਡਾ ਆਪਣਾ ਐਟੀਟਿਊਡ, ਆਈ ਨੋ ਬਹੁਤ ਔਖੀ ਇਹ ਚੀਜ਼ ਸੁਣਨੀ, ਕਈ ਵਾਰ ਐਵੇਂ ਲੱਗਦਾ ਕਿ ਜੀ ਨਹੀਂ, ਮੈਂ ਆਪਣੇ ਬੱਚੇ ਨੂੰ, ਕਿਉਂਕਿ ਅਸੀਂ ਕਹਿੰਦੇ ਕਿ ਬਹੁਤ ਸੌਖੀ ਜਿਹੀ ਜਰਨੀ ਹੋਵੇ, ਅਸੀਂ ਆਪਣੇ ਬੱਚੇ ਨੂੰ ਕਹਿ ਦਈਏ ਕਿ ਕਲੀਨ ਅਪ ਕਰ ਅਤੇ ਜਲਦੀ ਦੇਣੇ ਆਪਦਾ ਰੂਮ ਕਲੀਨ ਅਪ ਕਰ ਦੇ। ਪਰ ਮੋਸਟ ਆਫ ਦਾ ਟਾਈਮ ਜੇ ਤੁਹਾਡੀ ਪ੍ਰੋਬਲਮ ਜ਼ਿਆਦਾ ਹੋ ਚੁੱਕੀ ਹੈ ਤਾਂ ਇੰਨਾ ਸੌਖਾ ਅਤੇ ਇੰਨਾ ਈਜ਼ੀ ਨਹੀਂ ਹੁੰਦਾ ਗਾ ਕਿ ਬੱਚੇ ਲਈ, ਇੰਨਾ ਈਜ਼ੀ ਨਹੀਂ ਔਖਾ ਹੁੰਦਾ ਕਿ ਉਹ ਬੱਚੇ ਨੇ ਰੂਮ ਕਲੀਨ ਕਰਨਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵੱਲ ਵੇਖਣਾ ਕਿ ਸਾਡੀ ਲਾਈਫ ਦੇ ਵਿੱਚ ਡਿਸਆਰਗੇਨਾਈਜੇਸ਼ਨ ਕਿੱਥੇ ਆ। ਬਿਕਾਜ਼ ਜੇ ਇੱਕ ਗੰਦੇ ਰੂਮ ਦੇ ਵਿੱਚ ਰਹਿਣਾ, ਇੱਕ ਰੂਮ ਜਿੱਥੇ ਆਰਗੇਨਾਈਜੇਸ਼ਨ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਇਕੱਲਾ ਬਾਹਰ ਆਰਗੇਨਾਈਜ਼ ਨਹੀਂ, ਅਸੀਂ ਅੰਦਰ ਵੀ ਉਹ ਬੱਚਾ ਡਿਸਆਰਗੇਨਾਈਜ਼ ਆ, ਅੰਦਰ ਮਾਨਸਿਕ ਲੈਵਲ 'ਤੇ ਵੀ ਉਹ ਬੱਚਾ ਡਿਸਆਰਗੇਨਾਈਜ਼ਡ ਆ। ਉਹ ਮਾਨਸਿਕ ਜਿਹੜੀ ਮਾਨਸਿਕ ਸਥਿਤੀ ਆ ਉਹ ਬਾਹਰਲੀਆਂ ਉਹਦੀਆਂ ਚੀਜ਼ਾਂ ਦੇ ਵਿੱਚ ਦਿਖ ਰਹੀ ਆ ਤੁਹਾਨੂੰ। ਫੋਰ ਐਗਜ਼ਾਮਪਲ, ਉਹਦਾ ਰੂਮ ਨਾ ਕਲੀਨ ਹੋਣਾ, ਉਹਦੀ ਕਾਰ ਨਾ ਕਲੀਨ ਹੋਣੀ, ਉਹਦੀਆਂ ਹਰ ਚੀਜ਼ਾਂ ਦਾ, ਕਿਉਂਕਿ ਮਾਨਸਿਕ ਤੌਰ 'ਤੇ ਅਸੀਂ ਡਿਸਆਰਗੇਨਾਈਜ਼, ਮਾਨਸਿਕ ਤੌਰ 'ਤੇ ਸਾਡਾ ਬੱਚਾ ਡਿਸਆਰਗੇਨਾਈਜ਼ ਆ। ਸੋ ਅਸੀਂ ਆਪਦੇ ਐਟੀਟਿਊਡ ਕੀ ਬਦਲਨੇ। ਸੋ ਫਸਟ ਆਫ ਆਲ, ਨੰਬਰ 1 ਕਿ ਤੁਸੀਂ ਜਦੋਂ ਵੀ ਤੁਹਾਡਾ ਬੱਚਾ, ਤੁਸੀਂ ਕੋਈ ਬੱਚੇ ਨੂੰ ਕੋਈ ਚੀਜ਼ ਸਿਖਾ ਰਹੇ ਹੋ, 100% ਦਾ ਟਾਈਮ ਉਹ ਕੰਮ ਉਸੇ ਹੀ ਤਰੀਕੇ ਨਾਲ ਨਹੀਂ ਹੋਊਗਾ ਜਿਸ ਤਰੀਕੇ ਨਾਲ ਤੁਸੀਂ ਕਰਦੇ ਹੋ। ਤੁਸੀਂ ਮੱਚ ਬੈਟਰ ਕਰਦੇ ਹੋ, ਤੁਹਾਡੇ ਕੋਲ ਐਕਸਪੀਰੀਅੰਸ ਬਹੁਤ ਆ, ਤੁਹਾਡੇ ਕੋਲ ਪ੍ਰੈਕਟਿਸ ਬਹੁਤ ਆ। ਸੋ ਇਸ ਕਰਕੇ ਤੁਹਾਡੀ ਲੈਵਲ 'ਤੇ ਤੁਸੀਂ ਐਕਸਪੈਕਟੇਸ਼ਨ ਰੱਖੋਗੇ ਤਾਂ ਤੁਸੀਂ ਡਿਸਅਪੁਆਇੰਟ ਹੋਵੋਗੇ, ਇਸ ਕਰਕੇ ਤੁਸੀਂ ਉਹ ਕੰਮ ਕਰਵਾ ਨਹੀਂ ਸਕੋਗੇ। ਸੋ ਫਸਟ ਆਫ ਆਲ, ਆਪਦਾ ਐਟੀਟਿਊਡ ਇਹ ਬਦਲਣਾ ਕਿ ਜਦੋਂ ਵੀ ਅਸੀਂ ਕਿਸੇ ਨੂੰ ਸਿਖਾਉਣੇ ਆ ਨਾ ਚੀਜ਼, ਫੋਰ ਐਗਜ਼ਾਮਪਲ ਕਈ ਵਾਰ ਕੰਮ 'ਤੇ ਵੀ ਸਾਨੂੰ ਕਿਸੇ ਨੂੰ ਕੋਈ ਟ੍ਰੇਨਿੰਗ ਦੇਣੀ ਪੈਂਦੀ ਆ, ਅਤੇ ਜਿਸ ਦਿਨ ਉਹ ਪਹਿਲੇ ਦਿਨ ਆਉਂਦੇ ਉਹ ਟ੍ਰੇਨ ਨਹੀਂ ਹੁੰਦੇਗੇ, ਅਸੀਂ ਉਹਨਾਂ ਨੂੰ ਮੱਚ ਬੈਟਰ ਉਹ ਕੰਮ ਕਰ ਸਕਦੇ ਹਾਂ, ਛੇਤੀ ਕਰ ਸਕਦੇ ਹਾਂ, ਪਰ ਫਿਰ ਵੀ ਸਾਨੂੰ ਟ੍ਰੇਨਿੰਗ ਦੇਣੀ ਪੈਂਦੀ ਆ ਤਾਂ ਜੋ ਦੂਸਰਾ ਇਨਸਾਨ ਸਿੱਖੇ। ਸੋ ਇਸ ਕਰਕੇ ਜਦੋਂ ਕਿਸੇ ਨੇ ਸਿੱਖਣਾ ਵਾ, ਇਹਦਾ ਮਤਲਬ ਉਹਨੇ ਗਲਤੀਆਂ ਵੀ ਕਰਨੀਆਂ ਵਾ, ਉਹ ਪ੍ਰੋਬਲਮਾਂ ਵੀ ਕ੍ਰੀਏਟ ਹੋਣਗੀਆਂ, ਅਤੇ ਉਹਨਾਂ ਪ੍ਰੋਬਲਮਾਂ ਨੂੰ ਅਸੀਂ ਕਿਵੇਂ ਰਿਜ਼ੋਲਵ ਕਰਦੇ ਹਾਂ। ਸੋ ਫਸਟ ਆਫ ਆਲ, ਆਪਣਾ ਹੀ ਐਟੀਟਿਊਡ ਆਪਦੇ ਅੰਦਰ ਇਹ ਵੇਖੋ ਕਿ ਸਾਡਾ ਇਹ ਐਟੀਟਿਊਡ ਕਿਉਂਕਿ ਜਦੋਂ ਅਸੀਂ ਵੱਡੇ ਹੋ ਰਹੇ ਸੀ ਸਾਡੇ ਲਈ ਵੀ ਇਹੀ ਐਟੀਟਿਊਡ, ਅਕਸਰ ਮੈਂ ਸੁਣਿਆ ਆਪਦੇ ਮਦਰ ਨੂੰ, ਅਕਸਰ ਮੈਂ ਕਹਿੰਦਿਆਂ ਨੂੰ ਸੁਣਿਆ ਕਿ ਨਹੀਂ ਤੂੰ ਛੱਡ ਪਰੇ, ਮੈਂ ਕੰਮ ਕਰ ਦੇਣੀ, ਤੇਰੇ ਤੋਂ ਤਾਂ ਬਹੁਤ ਜ਼ਿਆਦਾ ਲੰਮਾ ਸਮਾਂ। ਸੋ ਜਦੋਂ ਅਸੀਂ ਇਹ ਕਰਨ ਲੱਗ ਜਾਂਦੇ, ਸਾਡੇ ਬੱਚੇ ਦੀ ਮਾਨਸਿਕਤਾ ਦੇ ਵਿੱਚ ਇਹ ਵੜ ਜਾਂਦਾ ਵਾ ਕਿ ਮੈਂ ਰੂਮ ਕਲੀਨ ਕਰਨ ਦੇ ਕਾਬਲ ਹੀ ਨਹੀਂ ਹੈਗਾ, ਇਹ ਮੇਰੇ ਤੋਂ ਕੰਮ ਹੋਣਾ ਹੀ ਨਹੀਂ। ਐਂਡ ਜੇ ਮੈਂ ਨਾ ਕਰੂੰਗਾ ਤਾਂ ਕੰਮ ਇਵੈਂਚੁਅਲੀ ਮੇਰੀ ਮਦਰ ਜਾਂ ਮੇਰਾ ਫਾਦਰ ਜਾਂ ਮੇਰੇ ਘਰ ਦੇ ਵਿੱਚ ਹੋਰ ਜਿਹੜਾ ਵਾ ਉਹਨੇ ਕਰ ਦੇਣਾ ਵਾ। ਸੋ ਸਾਡਾ ਬੱਚਾ ਮਾਨਸਿਕ ਇਹੋ ਜਿਹੇ ਮੈਸੇਜ ਲੈ ਜਾਂਦਾ, ਕਿਉਂਕਿ ਅਸੀਂ ਉਹਨੂੰ ਇਹ ਮੈਸੇਜ ਉਹਨੂੰ ਦਿਖਾਏ ਹੁੰਦੇ ਆ। ਸੋ ਫਸਟ ਆਫ ਆਲ, ਆਪਣਾ ਐਟੀਟਿਊਡ ਬਦਲੋ ਕਿ ਮੈਂ ਇਹ ਮਾਨਸਿਕ ਮੈਸੇਜ ਨਹੀਂ ਦੇਣਾ ਆਪਦੇ ਬੱਚੇ ਨੂੰ ਜਿੱਥੇ ਉਹਨੂੰ ਇਹ ਮਹਿਸੂਸ ਹੋਵੇ ਕਿ ਉਹ ਕਰ ਨਹੀਂ ਸਕਦਾ। ਕਿਉਂਕਿ ਜਦੋਂ ਅਸੀਂ ਕਰਨ ਲੱਗ ਜਾਂਦੇ, ਅਸੀਂ ਪਰਫੈਕਟ ਤਰੀਕੇ ਨਾਲ ਕਰਨ ਲੱਗ ਜਾਂਦੇ, ਸਾਨੂੰ ਪ੍ਰੈਕਟਿਸ ਹੁੰਦੀ ਆ, ਸਾਨੂੰ ਬਹੁਤ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਅਸੀਂ ਕਰ ਲੈਂਦੇ ਹਾਂ, ਅਸੀਂ ਬਹੁਤ ਵਧੀਆ ਕਰ ਲੈਂਦੇ, ਅਤੇ ਸਾਡਾ ਬੱਚਾ ਉਹ ਮੈਚ ਨਹੀਂ ਕਰ ਸਕਦਾ ਲੈਵਲ 'ਤੇ। ਸਾਡੇ ਬੱਚੇ ਦਾ ਟੇਕ ਅਵੇ ਮੈਸੇਜ ਇਹ ਹੁੰਦਾ, ਮਾਨਸਿਕ ਮੈਸੇਜ, ਕਿ ਮੇਰੇ ਤੋਂ ਕੰਮ ਹੋਣਾ ਨਹੀਂ ਗਾ, ਸੋ ਮੈਂ ਇਹ ਕਰ ਹੀ ਨਹੀਂ ਸਕਦਾ। ਜਦੋਂ ਨਹੀਂ ਕਰ ਸਕਦਾ ਤਾਂ ਅਸੀਂ ਉਸ ਚੀਜ਼ ਦੇ ਐਫਰਟ ਨਹੀਂ ਪਾਉਂਦੇ। ਦੂਸਰਾ, ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਆਪਦਾ ਰਿਸ਼ਤਾ ਬੈਟਰ ਕਰੋ ਆਪਣੇ ਬੱਚੇ ਨਾਲ। ਅਕਸਰ ਮੈਂ ਪੇਰੈਂਟ ਨੂੰ ਕਹਿੰਦੀ ਹੁੰਦੀ ਕਿ ਜਦੋਂ ਤੁਸੀਂ ਆਪਣੇ ਬੱਚੇ ਦੀ ਕੋਈ ਵੀ ਆਦਤ ਬਦਲਣੀ ਆ,
ਪਹਿਲੀ ਪ੍ਰੀਰੈਕ ਰਿਕੁਆਇਰਮੈਂਟ ਇਹ ਹੈ ਕਿ ਤੁਹਾਡਾ ਰਿਸ਼ਤਾ ਉਹਦੇ ਨਾਲ ਕੀ ਆ। ਜੇ ਤੁਹਾਡਾ ਰਿਸ਼ਤਾ ਉਸ ਬੱਚੇ ਨਾਲ ਕ੍ਰਿਟੀਕਲ ਆ, ਜੇ ਤੁਹਾਡਾ ਤੁਹਾਡਾ ਰਿਸ਼ਤਾ ਡੈਮੇਜ ਆ, ਤੁਹਾਡੇ ਚਾਂਸ ਬਹੁਤ ਘੱਟ ਨੇ ਕਿ ਤੁਸੀਂ ਬੱਚੇ ਦੀ ਆਦਤ ਬਦਲ ਸਕੋਗੇ। ਕਿਉਂਕਿ ਜਿੰਨਾ ਚਿਰ ਰਿਸ਼ਤਾ ਨਹੀਂ ਬਣਦਾ। ਸੋ ਸੈਕਿੰਡ, ਰਿਸ਼ਤੇ 'ਤੇ ਫੋਕਸ ਕਰੋ, ਇੱਕ ਬੌਂਡ ਤੇ ਇੱਕ ਕਨੈਕਸ਼ਨ 'ਤੇ ਫੋਕਸ ਕਰੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਦੀ ਆਦਤ ਬਦਲਣੀ ਆ। ਫੋਰ ਐਗਜ਼ਾਮਪਲ, ਕਿਸ ਤਰੀਕੇ ਨਾਲ ਤੁਸੀਂ ਆਪਣੇ ਬੱਚੇ ਨੂੰ ਕਲੀਨ ਅਪ ਕਰਨ ਨੂੰ ਕਹਿੰਦੇ ਵਾਚ ਕਰੋ, ਆਪਦੇ ਆਪ ਨੂੰ, ਆਪਦੀਆਂ ਇਮੋਸ਼ਨਸ ਨੂੰ ਵਾਚ ਕਰੋ ਕਿ ਕਿਹੜੀ ਐਨਰਜੀ 'ਚੋਂ ਕਹਿੰਦੇ। ਫੋਰ ਐਗਜ਼ਾਮਪਲ, ਜਦੋਂ ਅਸੀਂ ਕ੍ਰਿਟੀਕਲ ਬਣ ਕੇ ਕਹਿੰਦੇ ਸਾਡਾ ਬੱਚਾ ਕ੍ਰਿਟੀਕਲ ਬਣ ਕੇ ਉਹ ਸਾਡੇ ਨਾਲ ਡੀਲ ਹੀ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਬੱਚੇ ਸਾਡੇ ਡੋਰ ਸਲੈਮ ਕਰ ਦਿੰਦੇ ਆ, ਉਹ ਸੁਣਦੇ ਨਹੀਂ ਪੇਰੈਂਟ ਦੀ ਗੱਲ। ਬਿਕਾਜ਼ ਜਿਸ ਐਨਰਜੀ 'ਚੋਂ ਇੱਕ ਪੇਰੈਂਟ ਕਹਿੰਦਾ ਵਾ, ਇੱਕ ਪੇਰੈਂਟ ਉਸ ਐਨਰਜੀ 'ਚੋਂ ਨਹੀਂ ਕਹਿੰਦਾ ਗਾ ਕਿ ਮੈਂ ਇੱਕ ਸਿਖਾਉਣਾ ਆਪਣੇ ਬੱਚੇ ਨੂੰ ਕੰਮ, ਮੈਨੂੰ ਪਤਾ ਹੈ ਗਲਤੀਆਂ ਕਰੂਗਾ, ਇਟਸ ਓਕੇ, ਹੌਲੀ ਹੌਲੀ ਗਲਤੀਆਂ ਕਰਕੇ। ਐਂਡ ਸਪੈਸ਼ਲੀ ਜਿਵੇਂ ਜੇ ਸਾਡੇ ਘਰਾਂ ਦੇ ਵਿੱਚ ਸਾਡੇ ਪੰਜਾਬੀ ਘਰਾਂ ਦੇ ਵਿੱਚ ਜਿਵੇਂ ਸਿਖਾਇਆ ਜਾਂਦਾ ਵਾ। ਸੋ ਸੈਕਿੰਡ ਵਾਲ, ਪਹਿਲਾਂ ਤਾਂ ਆਪਦਾ ਰਿਸ਼ਤਾ ਬੈਟਰ ਕਰੋ। ਜਿੰਨਾ ਚਿਰ ਤੁਹਾਡਾ ਰਿਸ਼ਤਾ ਡੈਮੇਜਿੰਗ ਆ, ਤੁਹਾਡੇ 100% ਚਾਂਸਸ ਆ ਕਿ ਤੁਸੀਂ ਕੋਈ ਵੀ ਆਦਤ ਆਪਣੇ ਬੱਚੇ ਦੀ ਬਦਲ ਨਹੀਂ ਪਾਓਗੇ। ਐਂਡ ਰਿਸ਼ਤਾ ਕਿਹਦੇ ਨਾਲ, ਕਿਹੜੀ ਚੀਜ਼ ਨਾਲ ਬੈਟਰ ਹੁੰਦਾ? ਕਨੈਕਸ਼ਨ ਸਾਡਾ ਕਦੋਂ ਬਣਦਾ? ਜਦੋਂ ਅਸੀਂ ਕਿਸੇ ਦਾ ਪੱਖ ਸਮਝੀਏ ਤੇ ਅਸੀਂ ਆਪ ਦਾ ਪੱਖ ਮੂਹਰੇ ਰੱਖੀਏ। ਸੋ ਆਪਣੇ ਬੱਚੇ ਦਾ ਵੀ ਪੱਖ ਸਮਝੋ। ਫੋਰ ਐਗਜ਼ਾਮਪਲ, ਉਹਨੂੰ ਪੁੱਛੋ ਕਿ ਤੈਨੂੰ ਕਲੀਨ ਅਪ ਕਰਨੀ ਔਖੀ ਕਿਉਂ ਲੱਗਦੀ ਆ। ਐਂਡ ਆਈ ਨੋ ਤੁਹਾਡੇ ਲਈ ਬਹੁਤ ਸੌਖੀ ਹੋ ਸਕਦੀ ਹੈ ਚੀਜ਼, ਪਰ ਉਸ ਬੱਚੇ ਲਈ ਔਖੀ ਹੈ। ਉਹਦਾ ਪੱਖ ਸਮਝੋ, ਉਹਦੇ ਨਾਲ ਕਨੈਕਟ ਹੋਵੋ ਉਸ ਲੈਵਲ 'ਤੇ। ਤੁਹਾਨੂੰ ਕਹਿ ਸਕਦਾ ਗਾ ਕਿ ਮੇਰੇ ਲਈ ਔਖਾ ਲੱਗਦਾ ਕਿਉਂਕਿ ਮੈਨੂੰ ਫੋਨ 'ਤੇ ਜਾਣਾ ਸੌਖਾ ਲੱਗਦਾ, ਫੋਨ 'ਤੇ ਇੰਨੀਆਂ ਟੈਕਸਟ ਮੈਸੇਜਸ ਆਉਂਦੇ ਆ, ਮੇਰੇ ਫਰੈਂਡਸ ਦੀਆਂ ਗੱਲਾਂ ਬਾਤਾਂ ਹੁੰਦੀਆਂ, ਉਹ ਸਾਨੂੰ ਜ਼ਿਆਦਾ ਫਨੀ ਲੱਗਦੀਆਂ। ਜੀ ਹਾਂ, ਜੇ ਉਸ ਏਜ ਦੇ ਹਿਸਾਬ ਨਾਲ ਤੁਸੀਂ ਦੇਖੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦੀ ਆਦਤ ਨਹੀਂ ਬਦਲਣੀ, ਪਰ ਜੇ ਆਪਦੇ ਆਪ ਨੂੰ ਤੁਸੀਂ ਉਸ ਏਜ 'ਤੇ ਰੱਖ ਕੇ ਦੇਖੋ, ਜ਼ਰੂਰ ਸਾਨੂੰ ਆਪਦੇ ਫਰੈਂਡਸ ਦੇ ਨਾਲ ਕਨੈਕਟ ਕਰਨਾ, ਗੱਲ ਕਰਨਾ ਕਿਤੇ ਜ਼ਿਆਦਾ ਬੈਟਰ ਲੱਗਦਾ ਵਾ ਆਪਦੇ ਰੂਮ ਨੂੰ ਕਲੀਨ ਕਰਨ ਨਾਲੋਂ। ਅਸੀਂ ਸਾਰੇ ਉਸ ਏਜ ਚੋਂ ਨਿਕਲੇ ਆ। ਸੋ ਜੇ ਅਸੀਂ ਉਸ ਪੱਖ ਤੋਂ ਦੇਖਣ ਲੱਗੇ ਤਾਂ ਸਿਰਫ ਤੁਸੀਂ ਵੈਲੀਡੇਟ ਕਰਨਾ ਕਿ ਜੀ ਹਾਂ, ਜੇ ਮੈਂ ਵੀ ਤੇਰੀ ਏਜ ਦਾ ਹੋਵਾਂ ਤੇ ਮੇਰੇ ਕੋਲ ਵੀ ਫੋਨ ਹੋਵੇ ਤੇ ਮੇਰੇ ਕੋਲ ਵੀ ਐਵੇਂ ਮੇਰੇ ਫਰੈਂਡਸ ਹੋਣ ਤੇ ਮੇਰਾ ਵੀ ਜੀ ਕਰੇ ਕਿ ਮੈਂ ਕਲੀਨ ਅਪ ਨਾ ਕਰਾਂ ਤੇ ਮੈਂ ਇਹ ਕਰਾਂ। ਜਦੋਂ ਤੁਸੀਂ ਇਹ ਵੈਲੀਡੇਟ, ਇਹਦਾ ਮਤਲਬ ਜਦੋਂ ਤੁਸੀਂ ਇਹ ਵੈਲੀਡੇਟ ਕਰਦੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਲੀਨ ਅਪ, ਅਕਸਰ ਜਦੋਂ ਪੇਰੈਂਟਸ ਕਹਿੰਦੇ ਆ ਕਿ ਅਸੀਂ ਵੈਲੀਡੇਟ ਕਰਦੇ, ਇਹਦਾ ਮਤਲਬ ਸਾਡੇ ਬੱਚੇ ਨੂੰ ਤਾਂ ਕਲੀਨ ਅਪ ਨਹੀਂ ਕਰਨੀ। ਜੀ ਨਹੀਂ, ਜਦੋਂ ਅਸੀਂ ਕਿਸੇ ਦੇ ਦਿਮਾਗ ਦੀ ਗੱਲ ਜਿਹਦੇ ਇੱਥੇ ਉਹਦੇ ਫਿਰ ਰਹੀ ਆ ਤੇ ਅਸੀਂ ਬੋਲਾਂ ਰਹੀ ਉਹਨੂੰ ਸੁਣਾਤੀ, ਇਹਦਾ ਮਤਲਬ ਅਸੀਂ ਜੁੜ ਗਏ। ਕਿਉਂਕਿ ਜਿਹੜੀ ਗੱਲ ਉਹਦੇ ਸਿਰਫ ਅਜੇ ਦਿਲ ਦੇ ਵਿੱਚ ਇੱਥੇ ਫਿਰਦੀ ਸੀ, ਉਹ ਤੁਸੀਂ ਸ਼ਬਦਾਂ ਰਾਹੀਂ ਲੈ ਜਾਂਦੇ, ਇਹਦਾ ਮਤਲਬ ਕਨੈਕਸ਼ਨ ਜੁੜ ਗਿਆ, ਇਹਦਾ ਮਤਲਬ ਤੁਸੀਂ ਇੱਕ ਦੋਨੇ ਸੇਮ ਪੇਜ ਦੇ ਆ। ਸੋ ਵੈਲੀਡੇਟ ਕਰੋ ਕਿ ਜੀ ਹਾਂ, ਮੈਂ ਸਮਝਦਾ ਕਿ ਤੇਰੇ ਲਈ ਬਹੁਤ ਔਖਾ ਵਾ, ਜਦੋਂ ਤੂੰ ਸਕੂਲ ਤੋਂ ਆਉਣਾ ਵਾ, ਮੈਂ ਤੈਨੂੰ ਕਹਿਣਾ ਕਿ ਕਲੀਨ ਅਪ ਕਰ, ਤੇ ਮੇਰੀ ਕ੍ਰਿਟੀਕਲ ਆਵਾਜ਼ ਇੱਦਾਂ ਆਉਂਦੀ ਆ ਤੇ ਮੈਨੂੰ ਪਤਾ ਕਿ ਤੂੰ ਮੇਰੇ ਨਾਲ ਐਸੋਸੀਏਟ ਨਹੀਂ ਕਰਨਾ ਚਾਹੁੰਦਾ ਉਸ ਵਕਤ, ਮੈਂ ਸ਼ਾਇਦ ਤੈਨੂੰ ਭੈੜਾ ਲੱਗਦਾ ਉਸ ਵਕਤ ਕਹਿਣਾ। ਸੋ ਇਸ ਚੀਜ਼ ਤੇ ਜਦੋਂ ਤੁਸੀਂ ਆਪਣੇ ਬੱਚੇ ਦੀ ਮਾਨਸਿਕਤਾ ਸਮਝਣ ਲੱਗ ਜਾਵੇ ਕਿ ਐਂਡ ਇਹ ਤੁਸੀਂ ਵੈਲੀਡੇਟ ਕਰਨਾ ਕਿ ਕਿਉਂ ਉਹਨੂੰ ਕਲੀਨ ਅਪ ਕਰਨ ਦਾ ਉਹਦਾ ਜੀ ਨਹੀਂ ਕਰਦਾ। ਐਂਡ ਇਟਸ ਓਕੇ, ਵੈਲੀਡੇਟ ਕਰਨਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅਗਰੀ ਕਰਨਾ ਵਾ, ਉਸ ਚੀਜ਼ ਨੂੰ ਐਕਸੈਪਟ ਕਰਨਾ। ਵੈਲੀਡੇਟ ਕਰਨ ਦਾ ਮਤਲਬ ਹੈ ਕਿ ਮੈਂ ਸਮਝਦਾ ਤੇਰੇ ਦਿਮਾਗ ਦੀ ਸਥਿਤੀ ਆ, ਮੈਂ ਸਮਝਦਾ ਅਸੀਂ ਸਾਰੇ ਹੀ ਉਹਨਾਂ ਮਾਨਸਿਕ ਸਥਿਤੀਆਂ ਦੇ ਵਿੱਚੋਂ ਗੁਜ਼ਰੇ ਹੋਏ ਆ, ਸਾਡਾ ਸਾਰਾ। ਐਂਡ ਫਿਰ ਆਪਣੇ ਆਪ ਵੱਲ ਵੀ ਵੇਖੋ। ਅਕਸਰ ਮੈਂ ਪੇਰੈਂਟ ਨੂੰ ਕਹਿੰਦੀ ਹੁੰਦੀ ਕਿ ਜਦੋਂ ਕਹਿੰਦੇ ਹੁੰਦੇ ਸਾਡੇ ਬੱਚੇ ਡਿਸਆਰਗੇਨਾਈਜ਼ਡ ਆ, ਸਾਡੇ ਬੱਚੇ ਰੂਮ ਨਹੀਂ, ਮੈਂ ਅਕਸਰ ਪੇਰੈਂਟ ਨੂੰ ਕਹਿੰਦੀ ਹੁੰਦੀ ਆਪਦੇ ਵੱਲ ਵੇਖੋ ਕਿ ਤੁਹਾਡੀ ਲਾਈਫ ਦਾ ਕਿਹੜਾ ਹਿੱਸਾ ਡਿਸਆਰਗੇਨਾਈਜ਼ ਆ। ਤੁਹਾਡੀ ਕਿਤੇ ਕਾਰ ਡਿਸਆਰਗੇਨਾਈਜ਼ ਤਾਂ ਨਹੀਂ ਹੈਗੀ, ਤੁਹਾਡੀ ਕੋਈ ਕਿਚਨ ਤਾਂ ਨਹੀਂ ਕਿਤੇ ਡਿਸਆਰਗੇਨਾਈਜ਼, ਤੁਹਾਡੀ ਕਿਤੇ ਕਿਚਨ ਉੱਦਾਂ ਦੀ ਤਾਂ ਨਹੀਂ ਲੱਗਦੀ ਰਹੀ ਜਿੱਦਾਂ ਤੁਹਾਡਾ ਬੱਚੇ ਦਾ ਰੂਮ ਲੱਗ ਰਿਹਾ ਵਾ। ਆਪਦੇ ਆਪ ਵੱਲ ਦੇਖੋ ਕਿ ਮੇਰਾ ਕਮਰਾ ਕਿੰਨਾ ਕੁ ਕਲੀਨ ਆ। ਬਿਕਾਜ਼ ਇਹ ਮੋਡਲਿੰਗ ਅਸੀਂ ਆਪਣੇ ਬੱਚੇ, ਅਕਸਰ ਸਾਨੂੰ ਆਪਣੇ ਬੱਚੇ ਦਾ ਜਿਹੜਾ ਰੂਮ ਆ ਉਹਦੀ ਡਿਸਆਰਗੇਨਾਈਜੇਸ਼ਨ ਬਹੁਤ ਜਲਦੀ ਦਿਖਦੀ ਆ ਤੇ ਆਪਦੀ ਡਿਸਆਰਗੇਨਾਈਜੇਸ਼ਨ ਬਹੁਤ ਘੱਟ ਦਿਖਦੀ ਆ। ਆਪਦੀ ਕਾਰ ਦੇਖੋ, ਤੁਹਾਡੀ ਕਾਰ ਕਿੰਨੀ ਕੁ ਕਲੀਨ ਹੁੰਦੀ ਆ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਬੱਚਾ ਵਾ ਉਹ ਇਹ ਚੀਜ਼ ਮੰਨ ਚੁੱਕਿਆ ਕਿ ਡਿਸਆਰਗੇਨਾਈਜੇਸ਼ਨ ਇੱਥੇ ਅਲਾਉ ਆ। ਸੋ ਆਪਦੀ ਜ਼ਿੰਦਗੀ 'ਚ ਦੇਖੋ ਕਿ ਮੈਂਟਲੀ ਤੁਸੀਂ ਡਿਸਆਰਗੇਨਾਈਜ਼ ਜ਼ਿਆਦਾ ਮਹਿਸੂਸ ਕਰਦੇ ਹੋ, ਕਿਉਂਕਿ ਜੇ ਤੁਸੀਂ ਮੈਂਟਲੀ ਡਿਸਆਰਗੇਨਾਈਜ਼ ਜ਼ਿਆਦਾ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਆਪਣੇ ਬੱਚੇ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਡਿਫਿਕਲਟ ਆਊਗੀ। ਬਿਕਾਜ਼ ਹਜੇ ਤੁਸੀਂ ਮੈਂਟਲੀ ਸਟਰਗਲ ਕਰ ਰਹੇ ਹੋ ਆਪਦੇ ਆਪ ਨੂੰ ਆਰਗੇਨਾਈਜ਼ ਰੱਖਣ ਵਾਸਤੇ। ਸੋ ਇਸ ਚੀਜ਼ ਦਾ ਧਿਆਨ ਰੱਖੋ। ਸੋ ਫਸਟ ਆਫ ਆਲ, ਜਦੋਂ ਤੁਸੀਂ ਉਹਨੂੰ ਛੱਡ ਕੇ ਉਹਨੂੰ ਪਾਸੇ ਕਰਕੇ ਉਹਦੇ ਲਈ ਕਲੀਨ ਅਪ ਕਰਦੇ ਹੋ, ਉਹਦੇ ਕਮਰੇ ਦੀ ਕਲੀਨ ਅਪ ਕਰਦੇ ਹੋ, ਮੈਸੇਜ ਲੈ ਲੈਂਦਾ ਕਿ ਇਹ ਮੇਰੇ ਕਾਬਿਲ ਨਹੀਂ ਹੈਗਾ, ਮੈਂ ਕੰਮ ਕਰ ਹੀ ਨਹੀਂ ਸਕਦਾ, ਮੈਂ ਉਹ ਕਮਜ਼ੋਰ ਹਾਂ ਜਾਂ ਮੇਰੇ ਤੋਂ ਇਹ ਚੀਜ਼ ਹੋਣੀ ਨਹੀਂ, ਉਹਦਾ ਟੇਕ ਅਵੇ ਮੈਸੇਜ ਬਹੁਤ ਨੈਗੇਟਿਵ ਜਾਂਦਾ ਵਾ। ਹਾਂ, ਤੁਸੀਂ ਉਸ ਟਾਈਮ ਛੇਤੀ ਕਰ ਦਿੰਦੇ ਹੋ, ਫਾਸਟਰ ਹੋ ਜਾਂਦੀਆਂ ਚੀਜ਼ਾਂ, ਤੁਹਾਨੂੰ ਜ਼ਿਆਦਾ ਬੋਲ ਬਾਲਾਰਾ ਨਹੀਂ ਕਰਨਾ ਪੈਂਦਾ ਗਾ ਐਂਡ ਛੇਤੀ ਹੋ ਜਾਂਦੀਆਂ, ਪਰ ਮੈਸੇਜ ਤੁਹਾਡਾ ਬੱਚਾ ਇਹ ਲੈ ਕੇ ਜਾਂਦਾ ਵਾ ਕਿ ਮੇਰੇ ਤੋਂ ਕੰਮ ਹੋਣਾ ਹੀ ਨਹੀਂ। ਐਂਡ ਜਦੋਂ ਸਾਡਾ ਬੱਚਾ ਇਹ ਮੈਸੇਜ ਲੈ ਜਾਂਦਾ ਕਿ ਮੇਰੇ ਤੋਂ ਕੰਮ ਹੋਣਾ ਨਹੀਂ, ਇਹਦਾ ਮਤਲਬ ਉਹ ਕੋਸ਼ਿਸ਼ ਵੀ ਨਹੀਂ, ਉਹ ਮੈਂਟਲ ਐਨਰਜੀ ਵੀ ਨਹੀਂ ਪਾਉਂਦਾ ਗਾ। ਸੈਕਿੰਡ ਆਫ ਆਲ, ਆਪਦੇ ਆਪ ਵੱਲ ਵੇਖੋ ਕਿ ਕਿਸ
ਕਿਸ ਕਿਸ ਸ਼ਬਦਾਂ ਦੇ ਨਾਲ ਮੈਂ ਆਪਦੇ ਬੱਚੇ ਨੂੰ ਇਹ ਕੰਮ ਕਰਨ ਨੂੰ ਕਹਿੰਦਾ ਵਾਂ, ਕਿਸ ਸ਼ਬਦਾਂ ਦੇ ਨਾਲ, ਕਿਹੜੀ ਕ੍ਰਿਟੀਕਲ ਵੋਇਸ ਮੈਂ ਕਰਦਾ ਵਾਂ, ਕਿ ਮੈਂ ਉਹਨੂੰ ਪਿਛਲੀਆਂ ਸਾਰੀਆਂ ਉਹਦੀਆਂ ਗਲਤੀਆਂ ਯਾਦ ਕਰਾਉਣਾ ਵਾਂ। ਬਿਕਾਜ਼ ਤੁਸੀਂ ਦੇਖੋ ਕਿ ਕੋਈ ਇਨਸਾਨ ਤੁਹਾਨੂੰ ਕਹਿੰਦਾ ਆਦਤ ਬਦਲ ਨੂੰ, ਅਤੇ ਤੁਸੀਂ ਉਹਦੀਆਂ ਸਾਰੀਆਂ ਪਿਛਲੀਆਂ ਗਲਤੀਆਂ ਯਾਦ ਕਰਾਓਗੇ। ਉਦੋਂ ਜਦੋਂ ਤੁਸੀਂ ਕ੍ਰਿਟੀਕਲ ਹੋ ਗਏ, ਅਸੀਂ ਆਟੋਮੈਟਿਕਲੀ ਐਜ਼ ਹਿਊਮਨ ਬੀਇੰਗਸ ਅਸੀਂ ਡਿਫੈਂਸ ਚਲੇ ਜਾਂਦੇ, ਇਹਦਾ ਮਤਲਬ ਅਸੀਂ ਥ੍ਰੈਟ 'ਚ ਚਲੇ ਜਾਂਦੇ, ਅਤੇ ਫਿਰ ਉਸ ਇਨਸਾਨ ਤੋਂ ਸਾਨੂੰ ਭੱਜਣ ਦੀ ਲੋੜ ਆ। ਫਿਰ ਅਸੀਂ ਭੱਜਦੇ ਹਾਂ ਉਸ ਇਨਸਾਨ ਤੋਂ, ਚਾਹੇ ਉਹ ਸਾਡਾ ਮਾਂ ਬਾਪ ਆ, ਚਾਹੇ ਉਹ ਸਾਡਾ ਦੋਸਤ ਮਿੱਤਰ ਆ, ਚਾਹੇ ਉਹ ਸਾਡਾ ਭੈਣ ਭਰਾ ਵਾ। ਸੋ ਅਸੀਂ ਉਸ ਇਨਸਾਨ ਤੋਂ ਭੱਜਦੇ ਹਾਂ। ਸੋ ਇਹ ਦੇਖੋ ਕਿ ਮੈਂ ਕਿਸ ਆਵਾਜ਼ ਨਾਲ, ਕਿ ਜਿਹੜੇ ਆਵਾਜ਼ ਨਾਲ ਮੈਂ ਕਹਿੰਦਾ ਉਹਦੇ ਨਾਲ ਮੇਰਾ ਬੱਚਾ ਦੂਰ ਜਾਂਦਾ ਕਿ ਉਸ ਆਵਾਜ਼ ਦੇ ਨਾਲ ਨੇੜੇ ਆਉਂਦਾ। ਆਈ ਨੋ ਇਹ ਬਹੁਤ ਡਿਫਿਕਲਟ ਆ, ਕਿਉਂਕਿ ਕਈ ਵਾਰ ਸਾਡੇ ਬੱਚੇ ਇਗਨੋਰ ਵੀ ਕਰਦੇ ਆ, ਪਰ ਤੁਸੀਂ ਆਪਦੀ ਆਵਾਜ਼ 'ਤੇ ਕਿਸ ਤਰੀਕੇ ਨਾਲ ਤੁਸੀਂ ਪੁੱਛਦੇ ਹੋ ਆਪਦੇ ਬੱਚੇ ਨੂੰ ਕਲੀਨ ਅਪ ਕਰਨ ਲਈ, ਇਹ ਚੀਜ਼ 'ਤੇ ਤੁਸੀਂ ਧਿਆਨ ਦੇਣਾ। ਕਿਉਂਕਿ ਇੱਕ ਤਰੀਕਾ ਵਾ ਕਿ ਜੇ ਤੁਹਾਡਾ ਬੱਚਾ ਤੁਹਾਡੇ ਤੋਂ ਦੂਰ ਜਾਈ ਜਾਂਦਾ ਨਾ, ਅਤੇ ਜਦੋਂ ਵੀ ਤੁਸੀਂ ਕਲੀਨ ਅਪ ਦੀ ਕੰਮ ਕਰਦੇ ਤਾਂ ਚਾਂਸਸ ਆਰ ਕਿ ਤੁਹਾਡਾ ਜਿਹੜੀ ਆਵਾਜ਼ ਆ, ਤੁਹਾਡੀ ਜਿਹੜੀ ਕ੍ਰਿਟੀਕਲ ਆ, ਜਿਸ ਤਰੀਕੇ ਨਾਲ ਤੁਸੀਂ ਉਹਨੂੰ ਕਹਿੰਦੇ ਆ ਕਰਨ ਨੂੰ, ਉਹ ਸੇਮ ਆ, ਉਹ ਬਦਲੀ ਨਹੀਂ। ਐਂਡ ਇਸ ਕਰਕੇ ਉਹ ਤੁਹਾਨੂੰ ਅਵੋਇਡ ਕਰਦਾ ਵਾ। ਕਿਉਂਕਿ ਉਹਨੂੰ ਕ੍ਰਿਟੀਕਲ ਉਹ ਕੌਮੈਂਟਸ ਨਹੀਂ ਚਾਹੀਦੇ ਗੇ। ਥਰਡ ਆਫ ਆਲ, ਆਪਣੀ ਲਾਈਫ ਦੇ ਵਿੱਚ ਵੇਖੋ ਕਿ ਮੇਰੀ ਲਾਈਫ ਦੇ ਵਿੱਚ, ਕਿਉਂਕਿ ਇੱਕ ਬੱਚੇ ਨੂੰ ਜਦੋਂ ਤੁਸੀਂ ਔਰਗੇਨਾਈਜੇਸ਼ਨ ਸਿਖਾਉਂਦੇ ਹੋ, ਉਹਨੂੰ ਉਹਦੇ ਕਮਰੇ ਦੀ ਕਲੀਨ ਅਪ ਸਿਖਾਉਂਦੇ ਹੋ, ਇਕੱਲੀ ਉਹਦੀ ਕਲੀਨ ਅਪ ਨਹੀਂ, ਉਹਨੂੰ ਉਹਦੇ ਮਨ ਦੀ ਔਰਗੇਨਾਈਜੇਸ਼ਨ ਵੀ ਨਾਲ ਨਾਲ ਸਿਖਾਉਂਦੇ ਹੋ ਤੁਸੀਂ। ਕਿਉਂਕਿ ਜਦੋਂ ਸਾਡਾ ਕਮਰਾ ਥੋੜ੍ਹਾ ਸਾਫ਼ ਲੱਗਣ ਜਾਂ ਲੱਗ ਜਾਂਦਾ, ਅਸੀਂ ਮਾਨਸਿਕ ਲੈਵਲ 'ਤੇ ਵੀ ਔਰਗੇਨਾਈਜ਼ ਫੀਲ ਕਰਨ ਲੱਗ ਜਾਂਦੇ, ਜੇ ਤੁਸੀਂ ਸਮਝ ਰਹੇ ਹੋ। ਸੋ ਅਸੀਂ ਉਹਨਾਂ ਨੂੰ ਇਕੱਲੀ ਜਦੋਂ ਅਸੀਂ ਰੂਮ ਦੇ ਵਿੱਚ ਉਹਨੇ ਕਲੀਨ ਅਪ ਕਰਨ ਲੱਗ ਗਈ, ਔਰਗੇਨਾਈਜ਼ ਕਰਨ ਲੱਗ ਗਿਆ, ਚਾਂਸਸ ਆਰ ਕਿ ਉਹ ਮੈਂਟਲੀ ਵੀ ਜ਼ਿਆਦਾ ਸੋਰਟਡ ਫੀਲ ਕਰੂਗਾ, ਥੋੜ੍ਹਾ ਜ਼ਿਆਦਾ ਸੋਰਟਡ ਫੀਲ ਕਰੂਗਾ। ਸੋ ਇਸ ਕਰਕੇ ਤੁਸੀਂ ਆਪ ਦੀ ਮਾਨਸਿਕਤਾ 'ਤੇ ਧਿਆਨ ਦੇਣਾ ਕਿ ਮੈਂ ਕਿੰਨੀ ਕੁ ਔਰਗੇਨਾਈਜ਼ ਆ, ਮੈਂਟਲੀ ਮੈਂ ਕਿੰਨੀ ਕੁ ਔਰਗੇਨਾਈਜ਼ ਆ। ਐਂਡ ਜਦੋਂ ਦੋ ਕੰਮ ਮੈਨੂੰ ਇੱਕੋ ਟਾਈਮ ਕਰਨ ਲੱਗ ਪੈਂਦੇ ਆ ਕਿ ਮੈਂ ਕਨਫਿਊਜ਼ ਹੋ ਜਾਂਦਾ ਜਾਂ ਕਨਫਿਊਜ਼ ਹੋ ਜਾਂਦੀ ਹਾਂ, ਜਾਂ ਜਦੋਂ ਜਿਸ ਤਰੀਕੇ ਨਾਲ ਮੇਰੀ ਕਾਰ ਆ, ਕਿ ਮੇਰੀ ਕਾਰ ਡਿਸਆਰਗੇਨਾਈਜੇਸ਼ਨ ਦਿਖਾ ਰਹੀ ਹੈ, ਕਿ ਮੇਰੀ ਲਾਈਫ ਡਿਸਆਰਗੇਨਾਈਜੇਸ਼ਨ। ਕਿਉਂਕਿ ਜਦੋਂ ਅਸੀਂ ਡਿਸਆਰਗੇਨਾਈਜ਼ਡ ਆ ਮੈਂਟਲੀ, ਫਿਜ਼ੀਕਲੀ, ਹੋ ਸਕਦਾ ਸਾਡਾ ਲਿਵਿੰਗ ਰੂਮ ਔਰਗੇਨਾਈਜ਼ ਹੋਵੇ, ਪਰ ਜਦੋਂ ਅਸੀਂ ਆਪਦੇ ਮਾਨਸਿਕ ਤੌਰ 'ਤੇ ਡਿਸਆਰਗੇਨਾਈਜ਼ਡ ਆ, ਤਾਂ ਚਾਂਸਸ ਆਰ ਅਸੀਂ ਆਪਣੇ ਬੱਚੇ ਨੂੰ ਔਰਗੇਨਾਈਜੇਸ਼ਨ ਸਿਖਾ ਨਹੀਂ ਸਕਾਂਗੇ। ਫੋਰਥ, ਥੋੜ੍ਹੇ ਸਮਾਲ ਟਾਸਕ ਤੋਂ ਸ਼ੁਰੂ ਕਰੋ। ਫੋਰ ਐਗਜ਼ਾਮਪਲ, ਇਹ ਨਾ ਐਕਸਪੈਕਟੇਸ਼ਨ ਲਾਵੋ ਕਿ ਸਾਰਾ ਰੂਮ ਕਲੀਨ ਕਰ, ਬਿਕਾਜ਼ ਸਾਰਾ ਰੂਮ ਕਲੀਨ ਕਰਨ ਦਾ ਵੱਖਰਾ ਤਰੀਕਾ ਹੋ ਸਕਦਾ। ਕੋਈ ਇਨਸਾਨ 2 ਚੀਜ਼ਾਂ ਕਲੀਨ ਕਰਦੇ ਹੋ, ਰੂਮ ਨੂੰ ਕਲੀਨ ਸਮਝਦਾ, ਕੋਈ 4 ਕਰਦੇ ਹੋ ਤਾਂ ਰੂਮ ਨੂੰ ਕਲੀਨ ਸਮਝਦਾ, ਕੋਈ 10 ਕਰੇ। ਸੋ ਤੁਸੀਂ ਇੱਕ ਡਿਸਕ੍ਰਾਈਬ ਕਰਨਾ ਕਿ ਤੁਸੀਂ ਕਿਹਨੂੰ ਰੂਮ ਕਲੀਨਿੰਗ ਕਹਿੰਦੇ ਹੋ। ਸੋ ਫੋਰ ਐਗਜ਼ਾਮਪਲ, ਐਂਡ ਛੋਟੇ ਬੇਬੀ ਸਟੈਪਸ ਲਵੋ। ਜ਼ਰੂਰੀ ਨਹੀਂ ਕਿ ਤੁਸੀਂ, ਕਿਉਂਕਿ ਇੱਕ ਬਹੁਤ ਵੱਡਾ, ਜਿਸ ਇਨਸਾਨ ਦੀ ਤੁਸੀਂ ਆਦਤ ਬਦਲਣੀ ਹੈ ਨਾ, ਅਤੇ ਉਹਨੂੰ ਅਸੀਂ ਥੋੜ੍ਹਾ ਬਦਲ ਸਪਾਈਕ ਕਰ ਸਕਦੇ। ਇਸ ਕਰਕੇ ਤੁਸੀਂ ਦੇਖ ਲਓ ਕਿ ਜਿਹੜੇ ਨਿਊ ਈਅਰ ਰੈਜ਼ੋਲੂਸ਼ਨ ਉਹ ਕਦੇ ਵਰਕ ਨਹੀਂ ਕਰਦੇ, ਕਿਉਂਕਿ ਬਹੁਤ ਐਕਸਟ੍ਰੀਮ ਆਦਤ ਦੇ ਦਿੰਦੇ ਅਸੀਂ ਆਪਦੇ ਆਪ ਨੂੰ। ਅਸੀਂ 0 ਤੋਂ 100 ਤੱਕ ਜਾਣਾ ਚਾਹੁੰਦੇ ਹਾਂ ਇੱਦਾਂ ਹੀ ਇੱਕ ਦੋ ਦਿਨ ਦੇ ਵਿੱਚ, ਨਹੀਂ, ਪਰ ਇੱਦਾਂ ਨਹੀਂ ਹੁੰਦਾ। ਸੋ ਆਦਤ ਵਕਤ ਲੱਗਦਾ ਵਾ। ਸੋ ਫੋਰ ਐਗਜ਼ਾਮਪਲ, ਤੁਸੀਂ ਇੱਕ ਟਾਸਕ ਦੇ ਦਿਓ ਕਿ ਅੱਜ ਮੈਂ ਚਾਹੁੰਦੀ ਹਾਂ ਕਿ ਤੂੰ ਸਿਰਫ ਆਪਦਾ ਡਰੈਸਰ, ਜਿਹੜੇ ਤੇਰੇ ਬੈੱਡ ਦੇ ਨਾਲ ਡਰੈਸਰ ਪਿਆ ਵਾ, ਤੇਰਾ ਨਾਈਟ ਟੇਬਲ ਆ, ਉਹ ਸਾਫ਼ ਕਰ। ਸਿਰਫ ਇਸ ਹਫ਼ਤੇ ਅਸੀਂ ਉਹ ਸਾਫ਼ ਕਰਦੇ ਹਾਂ। ਅਤੇ ਦੂਸਰੇ ਨਾਲ ਕਰੋ, ਬਿਕਾਜ਼ ਜੇ ਕਿਸੇ ਬੱਚੇ ਨੂੰ ਰੂਮ ਨਹੀਂ ਉਹ ਕਲੀਨ ਕਰ ਰਿਹਾ, ਇਹਦਾ ਮਤਲਬ ਉਹਦੇ ਕੋਲ ਸਕਿੱਲ ਨਹੀਂ ਹੈਗੀ। ਇਹਦਾ ਮਤਲਬ ਇਹ ਨਹੀਂ ਉਹ ਕਰਨਾ ਨਹੀਂ ਚਾਹੁੰਦਾ, ਉਹਦੇ ਕੋਲ ਸਕਿੱਲ ਹੈ ਨਹੀਂ। ਫੋਰ ਐਗਜ਼ਾਮਪਲ, ਜੇ ਤੁਸੀਂ ਗਾਰਡਨਿੰਗ ਕਰਦੇ ਹੋ, ਤੁਹਾਨੂੰ ਨਹੀਂ ਆਉਂਦੀ, ਤੁਹਾਡੇ ਕੋਲ ਸਕਿੱਲ ਨਹੀਂ ਹੈਗੀ, ਤੁਹਾਨੂੰ ਸਿੱਖਣੀ ਪੈਣੀ ਆ। ਸੋ ਇਵੇਂ ਜਿਹੜੀ ਰੂਮ ਕਲੀਨਿੰਗ ਦੀ ਤੁਹਾਡੇ ਕੋਲ ਸਕਿੱਲ ਹੈ ਨਹੀਂ, ਅਤੇ ਤੁਹਾਨੂੰ ਸਿੱਖਣੀ ਪੈਣੀ ਆ। ਐਂਡ ਸਿਖਾ ਸਾਨੂੰ ਤੁਸੀਂ ਉਹ ਤੋਂ ਸਿੱਖਣਾ ਮੰਗਦੇ ਜਿਹੜਾ ਸਾਨੂੰ ਪਿਆਰ ਨਾਲ ਸਿਖਾਵੇ, ਜਿਹੜਾ ਤੁਹਾਨੂੰ ਸ਼ਾਂਤੀ ਨਾਲ ਸਿਖਾਵੇ। ਅਸੀਂ ਉਸ ਇਨਸਾਨ ਤੋਂ ਨਹੀਂ ਸਿੱਖਣਾ ਮੰਗਦੇ ਜਿਹੜਾ ਸਾਨੂੰ ਕ੍ਰਿਟੀਕਲ ਕਰੇ, ਜਿਹੜਾ ਸਾਨੂੰ 10 ਸਾਡੀਆਂ ਹੋਰ ਵੀ ਗਲਤੀਆਂ ਸਾਨੂੰ ਯਾਦ ਕਰਵਾਵੇ। ਅਸੀਂ ਉਹ ਤੋਂ ਨਹੀਂ ਸਿੱਖਣਾ ਚਾਹੁੰਦੇ। ਅਸੀਂ ਸਿੱਖਣਾ ਚਾਹੁੰਦੇ ਹਾਂ ਜੋ ਇਨਸਾਨ ਸਾਡੇ ਲਈ ਇੱਕ ਲਰਨਿੰਗ ਕਲਾਸਰੂਮ ਆ। ਇਟਸ ਲਾਈਕ ਜੇ ਤੁਸੀਂ ਕਲਾਸਰੂਮ 'ਚ ਜਾਂਦੇ ਹੋ, ਤੁਸੀਂ ਸਾਰੇ ਸਕੂਲ ਦੇ ਵਿੱਚ, ਤੁਸੀਂ ਸਾਰੇ ਇੰਡੀਆ ਦੇ ਵਿੱਚ ਜਾਂਦੇ ਰਹੇ ਹੋ, ਕਿਸੇ ਟੀਚਰ ਦੇ ਵਿੱਚ ਤੁਸੀਂ ਕਲਾਸ ਦੇ ਵਿੱਚ ਬੈਠਣਾ ਚਾਹੁੰਦੇ ਸੀ, ਜੋ ਟੀਚਰ ਹਮਦਰਦ ਸੀ, ਕ੍ਰਿਟੀਕਲ ਨਹੀਂ ਸੀ, ਤੁਹਾਡੇ ਨਾਲ ਕਨੈਕਟ ਕਰਦਾ ਸੀ ਉਸ ਟੀਚਰ ਨਾਲ। ਸੋ ਇਵੇਂ ਹੀ ਜਦੋਂ ਆਪਣੇ ਬੱਚੇ ਨੂੰ ਤੁਸੀਂ ਰੂਮ ਕਲੀਨਿੰਗ ਕਰਦੇ ਹੋ, ਇੱਕ ਛੋਟੀ ਚੀਜ਼ ਤੋਂ ਸਟਾਰਟ ਕਰੋ। ਐਂਡ ਇਟਸ ਓਕੇ, ਤੁਸੀਂ ਆਪਦੀਆਂ ਬਾਊਂਡਰੀਜ਼ ਵੀ ਸੈੱਟ ਕਰ ਸਕਦੇ ਹੋ, ਜਿਹੜੇ ਥੋੜ੍ਹਾ ਮੈਂ ਗੱਲ ਕਰੂੰਗੀ ਨੈਕਸਟ ਸਟੈਪ ਦੇ ਵਿੱਚ। ਸੋ ਛੋਟੇ ਤੂੰ ਨਾਈਟ ਟੇਬਲ ਆਪ ਕਲੀਨ ਕਰ, ਕਲੋਜ਼ਟ ਕਲੀਨ ਕਰ, ਐਂਡ ਮੇਕ ਸ਼ੋਰ ਜਿਹੜਾ ਬੱਚਾ ਰੂਮ ਦੇ ਵਿੱਚ ਕਲੀਨਿੰਗ ਨਹੀਂ ਰੱਖ ਰਿਹਾ, ਤੁਸੀਂ ਉਹਦੇ ਰੂਮ ਦੇ ਵਿੱਚ ਸਮਾਨ ਐਡ ਨਾ ਕਰੋ, ਉਹਨੂੰ ਫਰਨੀਚਰ ਬਹੁਤ ਸਾਰਾ ਨਾ ਲਿਆ ਕੇ ਦਿਓ। ਬਿਕਾਜ਼ ਜਿਹੜੇ ਇਨਸਾਨ ਲਈ 2 ਜਾਂ 3 ਚੀਜ਼ਾਂ ਨੂੰ ਮੈਨੇਜ ਕਰਨਾ ਔਖਾ ਹੋ ਰਿਹਾ, ਅਤੇ ਤੁਸੀਂ 10 ਚੀਜ਼ਾਂ ਉਹਦੇ ਕਮਰੇ 'ਚ ਪਾ ਕੇ, ਅਤੇ ਫਿਰ ਚਾਹੁੰਦੇ ਤੁਸੀਂ 10 ਚੀਜ਼ਾਂ ਨੂੰ
ਉਹ ਠੀਕ ਰੱਖੇ ਤਾਂ ਬਹੁਤ ਔਖਾ ਹੋਊਗਾ। ਸੋ ਉਹਦੇ ਰੂਮ ਦੇ ਵਿੱਚੋਂ ਡੀਕਲਟਰ ਕਰੋ, ਥੋੜ੍ਹੀਆਂ ਜਿਹੜੀਆਂ ਚੀਜ਼ਾਂ ਉਹਨੂੰ ਨਹੀਂ ਚਾਹੀਦੀਆਂ ਉਹਦੇ ਰੂਮ ਦੇ ਵਿੱਚੋਂ ਤੁਸੀਂ ਕੱਢ ਸਕਦੇ ਆ, ਸਬਟਰੈਕਟ ਕਰ ਸਕਦੇ ਆ, ਐਂਡ ਮੇਕ ਸ਼ੋਰ ਕਿ ਉਹਦੇ ਰੂਮ ਦੇ ਵਿੱਚ ਵਾਧੂ ਫਰਨੀਚਰ ਨਾ ਜਾਵੇ, ਤੁਸੀਂ ਉਹਨੂੰ ਕੋਈ ਵਾਧੂ ਚੀਜ਼ ਨਾ ਲੈ ਕੇ ਦੇਵੋ ਜਿਹਦੇ ਨਾਲ ਉਹਦੇ ਜਿਹੜੀ ਰੂਮ ਦਾ ਕਲਟਰ ਵਧੇ, ਉਹਦੇ ਜਿਹੜੇ ਰੂਮ ਦਾ ਜਿਹੜਾ ਖਲਾਰਾ ਵਾ ਉਹ ਵਧੇ। ਅਸੀਂ ਚਾਹੁੰਦੇ ਕਿ ਉਹਦੇ ਰੂਮ ਦਾ ਖਲਾਰਾ ਘਟੇ। ਐਂਡ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਕਿ ਮੇਬੀ ਲੈਸ ਆਪਾਂ ਥੋੜਾ ਵਾਸ਼ਰੂਮ ਕਲੀਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਂਡ ਪਹਿਲਾਂ ਤੁਹਾਨੂੰ ਕਰਨਾ ਪਊਗਾ, ਤੁਹਾਨੂੰ ਨਾਲ ਕਰਨਾ ਪਊਗਾ ਕਿ ਤੁਸੀਂ ਉਹਨੂੰ ਸਿਖਾ ਸਕੋ ਹੌਲੀ। ਬਟ ਰਿਮੈਂਬਰ ਤੁਹਾਡਾ ਕਨੈਕਸ਼ਨ ਤੇ ਤੁਹਾਡਾ ਰਿਸ਼ਤਾ ਬੜਾ ਜ਼ਰੂਰੀ ਹੋਊਗਾ ਕਿ ਇਸ ਜਰਨੀ ਦੇ ਵਿੱਚ। ਐਂਡ ਨੈਕਸਟ ਵੱਲ ਤੁਸੀਂ ਬਾਉਂਡਰੀ ਸੈੱਟ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜੇ ਤੁਹਾਡਾ ਬੱਚਾ ਫੂਡ ਆਪਦੇ ਕਮਰੇ ਦੇ ਵਿੱਚ ਲੈ ਕੇ ਜਾਂਦਾ, ਤੁਸੀਂ ਕਹਿ ਸਕਦੇ ਹੋ ਕਿ ਮੈਂ ਸਮਝਦੀ ਹਾਂ ਕਿ ਤੇਰੇ ਲਈ ਫੂਡ ਉੱਥੇ ਲਿਜਾਣਾ ਚੰਗਾ ਲੱਗਦਾ, ਤੈਨੂੰ ਆਪਦੇ ਫਰੈਂਡਸ ਨਾਲ ਗੱਲਾਂ ਕਰਨੀਆਂ, ਉੱਥੇ ਆਪਦੇ ਕਮਰੇ 'ਚ TV ਵੇਖਣਾ ਚੰਗਾ ਲੱਗਦਾ। ਐਂਡ ਜੀ ਹਾਂ, ਤੁਸੀਂ TV ਕਢਵਾ ਸਕਦੇ ਹੋ। ਐਂਡ ਐਜ਼ ਅ ਪੇਰੈਂਟ ਤੁਹਾਡੇ ਕੋਲ ਇਹ ਪਾਵਰ ਹੈ, ਤੁਸੀਂ ਆਪਦੇ ਘਰ ਦਾ ਇਨਵਾਇਰਮੈਂਟ ਕੰਟਰੋਲ ਕਰ ਸਕਦੇ ਹੋ। ਅਕਸਰ ਜਦੋਂ ਪੇਰੈਂਟ ਮੇਰੇ ਕੋਲ ਆਉਂਦੇ ਕਹਿੰਦੇ ਕਿ ਅਸੀਂ ਬੱਚੇ ਨੂੰ ਕੰਟਰੋਲ ਨਹੀਂ ਅਸੀਂ ਕਰ ਸਕਦੇ। ਹਾਂ, ਅਸੀਂ ਘਰ ਦਾ ਇਨਵਾਇਰਮੈਂਟ ਕੰਟਰੋਲ ਕਰ ਸਕਦੇ ਹਾਂ। ਉਹਦੇ ਰੂਮ ਦੇ ਵਿੱਚ ਮੇਬੀ ਅਸੀਂ TV ਨਾ ਰੱਖੀਏ ਐਂਡ ਇਹ ਇੱਕ ਤੁਸੀਂ ਕੌਨਸੀਕੁਐਂਸਿਸ ਰੱਖ ਸਕਦੇ ਹੋ ਕਿ ਜੇ ਸਾਡੇ ਕੋਲੋਂ 3 ਚੀਜ਼ਾਂ ਹੀ ਨਹੀਂ ਠੀਕ ਤਰ੍ਹਾਂ ਅਸੀਂ ਔਰਗੇਨਾਈਜ਼ ਕਰ ਸਕਦੇ, ਇਹਦਾ ਮਤਲਬ ਫਿਰ ਸਾਡੇ ਕੋਲ TV ਕਲਟਰ ਜ਼ਿਆਦਾ ਹੋ ਜਾਊਗਾ ਬੱਚੇ। ਸੋ ਇਸ ਕਰਕੇ ਤੁਸੀਂ TV ਬਾਹਰ ਕੱਢਦੇ ਹਾਂ ਤਾਂ ਜੋ ਤੈਨੂੰ ਸਾਂਭਣਾ ਸੌਖਾ ਹੋਵੇ। ਸੋ ਇਹਦੇ ਨਾਲ ਤੁਹਾਡਾ ਬੱਚਾ ਡਾਇਰੈਕਟ ਦੇਖੂਗਾ ਕਿ ਐਗਜ਼ੈਕਟਲੀ ਜੇ ਮੈਂ ਇਹ ਕਲੀਨ ਰੱਖਣ ਲੱਗ ਗਿਆ ਤੇ ਹੋ ਸਕਦਾ TV ਮੇਰੇ ਕਮਰੇ ਦੇ ਵਿੱਚ ਆਵੇ ਜਾਂ ਨਾ ਆਵੇ, ਜੋ ਵੀ ਤੁਹਾਡੀ ਆਪਦੀ ਹੈ। ਸੋ ਨੈਕਸਟ ਵਨ ਕਿ ਤੁਸੀਂ ਬਾਉਂਡਰੀ ਸੈੱਟ ਕਰਨੀ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਆਪਣਾ ਖਾਣਾ ਆਪਦੇ ਕਮਰੇ 'ਚ ਨਹੀਂ ਲਿਜਾਣਾ ਦੇ ਸਕਦਾ, ਬਿਕਾਜ਼ ਫਿਰ ਉੱਥੇ ਪਲੇਟਸ ਪਈਆਂ ਰਹਿੰਦੀਆਂ, ਫਿਰ ਉੱਥੇ ਤੁਹਾਡੇ ਜਿਹੜੇ ਸਾਰੇ ਪਲੇਟਸ ਅਤੇ ਗਲਾਸ ਵਗੈਰਾ ਪਏ ਰਹਿੰਦੇ ਆ ਅਤੇ ਉਹ ਚੀਜ਼ ਮੈਂ ਨਹੀਂ ਅਲਾਉ ਕਰ ਸਕਦਾ। ਸੋ ਉਹ ਚੀਜ਼ ਨੂੰ ਤੁਸੀਂ ਮਿਨੀਮਾਈਜ਼ ਕਰ ਸਕਦੇ ਹੋ। ਐਂਡ ਜੇ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਐਕਸਟਰੀਮ ਹੈ, ਜਿਹੜੇ ਕਿ ਤੁਸੀਂ ਆਈ ਥਿੰਕ ਕਾਉਂਸਲਿੰਗ ਸੈਸ਼ਨ ਦੇ ਵਿੱਚ ਬਹੁਤ ਘੱਟ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਤੁਹਾਡੀ ਗੱਲਬਾਤ ਦੇ ਨਾਲ ਵੀ ਨਾ ਸੋਲਵ ਹੋ ਸਕਣ। ਮੋਸਟ ਆਫ ਦਾ ਟਾਈਮ ਜੇ ਤੁਸੀਂ ਇਹ ਚੀਜ਼ਾਂ ਇਫੈਕਟਿਵਲੀ ਯੂਜ਼ ਕਰੋਗੇ ਤਾਂ ਤੁਹਾਡਾ ਬੱਚਾ ਜ਼ਰੂਰ ਤੁਹਾਡੇ ਨਾਲ ਕੋਆਪਰੇਟ ਕਰੂ, ਪਰ ਤੁਹਾਨੂੰ ਉਸ ਤੋਂ ਪਹਿਲਾਂ ਕੋਆਪਰੇਟ ਕਰਨਾ ਪਊ ਜਿਸ ਤਰੀਕੇ ਨਾਲ ਅਸੀਂ ਪੁੱਛਦੇ ਹਾਂ। ਸੋ ਨੈਕਸਟ ਤੁਸੀਂ ਯੂਜ਼ ਕਰ ਸਕਦੇ ਹੋ ਕਿ ਜੇ ਫੋਰ ਐਗਜ਼ਾਮਪਲ ਜੇ ਬਹੁਤ ਐਕਸਟਰੀਮ ਕੇਸ ਆ ਤੁਹਾਨੂੰ ਲੱਗਦਾ, ਐਂਡ ਮੈਂ ਅਗੇਨ ਤੁਹਾਨੂੰ ਰੈਕਮੈਂਡ ਕਰੂੰਗੀ ਕਿ ਤੁਸੀਂ ਕਾਉਂਸਲਿੰਗ ਲਵੋ ਬਿਫੋਰ ਇੱਕ ਐਕਸਟਰੀਮ ਸਟੈਪ ਚੱਕਣ ਦੇ ਕਿ ਜਿਹੜੀ ਚੀਜ਼ ਅਸੀਂ ਘਰ ਦੇ ਵਿੱਚ ਠੀਕ ਨਹੀਂ ਰੱਖ ਸਕਦੇ, ਜਿਹੜੀ ਚੀਜ਼ ਅਸੀਂ ਘਰ ਦੇ ਵਿੱਚ ਉਹਦੀ ਖਿਆਲ ਨਹੀਂ ਰੱਖ ਸਕਦੇ, ਇਹਦਾ ਮਤਲਬ ਫਿਰ ਅਸੀਂ ਪ੍ਰਿਵਿਲੇਜ ਲੂਜ਼ ਕਰ ਸਕਦੇ। ਇਹਦਾ ਮਤਲਬ ਹੋ ਸਕਦਾ ਸਾਨੂੰ ਸੋਫਾ 'ਤੇ ਪੈਣਾ ਪਵੇ, ਹੋ ਸਕਦਾ ਸਾਨੂੰ ਰੂਮ ਲੂਜ਼ ਕਰਨਾ ਪਵੇ, ਕਿਉਂਕਿ ਜੇ ਅਸੀਂ ਰੂਮ ਦੀ ਕਲੀਨਅਪ ਨਹੀਂ ਰੱਖ ਸਕਦੇ ਇਹਦਾ ਮਤਲਬ ਕਿ ਰੂਮ ਜੇ ਤੁਸੀਂ ਘਰ ਦੇ ਵਿੱਚ ਕੋਈ ਵੀ ਚੀਜ਼ ਹੈ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਰੱਖ ਸਕਦੇ ਤਾਂ ਤੁਸੀਂ ਉਹ ਤੁਹਾਨੂੰ ਉਹ ਦਿਖਣੋਂ ਚੰਗੀ ਹਟ ਲੱਗ ਜਾਂਦੀ ਹੈ, ਰਾਈਟ। ਫੋਰ ਐਗਜ਼ਾਮਪਲ ਜੇ ਤੁਹਾਡੇ ਕੋਈ ਬਹੁਤ ਚੰਗਾ ਡੈਕੋਰੇਸ਼ਨ ਪੀਸ ਪਿਆ ਤਾਂ ਉਹ ਚਾਹੁੰਦਾ ਕਿ ਤੁਸੀਂ ਕਲੀਨ ਅਪ ਕਰੋ ਤਾਂ ਜੋ ਜਦੋਂ ਲੋਕ ਤੁਹਾਡੇ ਘਰੇ ਆਉਣ ਤਾਂ ਉਹ ਸੋਹਣਾ ਦਿਖੇ, ਪਰ ਜੇ ਤੁਸੀਂ ਕਲੀਨ ਅਪ ਨਹੀਂ ਕਰੋਗੇ ਤਾਂ ਸੋਹਣਾ ਨਹੀਂ ਦਿਖੂਗਾ ਅਤੇ ਆਉਣ ਵਾਲੇ ਲੋਕਾਂ ਨੂੰ ਉਹਦੇ 'ਤੇ ਡਸਟ ਪਈ ਦਿਖੂਗੀ। ਸੋ ਇਵੇਂ ਹੀ ਆ ਕਿ ਜਿਹੜੀ ਚੀਜ਼ ਅਸੀਂ ਘਰ ਦੇ ਵਿੱਚ ਕਲੀਨ ਨਹੀਂ ਰੱਖ ਸਕਦੇ, ਜਿਹੜੀ ਚੀਜ਼ ਅਸੀਂ ਯੂਜ਼ ਵਧੀਆ ਨਹੀਂ ਕਰ ਸਕਦੇ, ਇਹਦਾ ਮਤਲਬ ਅਸੀਂ ਪ੍ਰਿਵਿਲੇਜ ਵੀ ਲੂਜ਼ ਕਰ ਸਕਦੇ ਹੋ ਉਹਦੀ। ਫੋਰ ਐਗਜ਼ਾਮਪਲ ਜੇ ਤੁਹਾਡੀ ਕਿਚਨ ਹੈ, ਜੇ ਤੁਸੀਂ ਉਹ ਠੀਕ ਨਹੀਂ ਰੱਖੋਗੇ, ਜੇ ਉਹਨੂੰ ਕਲੀਨਅਪ ਨਹੀਂ ਠੀਕ ਰੱਖੋਗੇ ਤਾਂ ਪ੍ਰਿਵਿਲੇਜ ਲੂਜ਼ ਕਰ ਜਾਓਗੇ। ਤੁਹਾਡੇ ਫੂਡ ਦੇ ਵਿੱਚ ਤੁਹਾਨੂੰ ਤੁਸੀਂ ਬਿਮਾਰ ਹੋ ਸਕਦੇ ਹੋ, ਸਿਕਨੈਸ ਹੋ ਸਕਦੀ ਹੈ, ਫੂਡ ਦੇ ਵਿੱਚ ਤੁਹਾਡੇ ਕੋਈ ਚੀਜ਼ਾਂ ਪੈ ਸਕਦੀਆਂ ਵਾ। ਸੋ ਜੀ ਹਾਂ, ਸੋ ਅਸੀਂ ਕਰਨਾ ਵਾ ਕਿ ਜੇ ਤੂੰ ਕਮਰਾ ਕਲੀਨ ਨਹੀਂ ਕਰ ਸਕਦਾ, ਜੇ ਇਹ ਤੇਰੇ ਲਈ ਬਹੁਤ ਜ਼ਿਆਦਾ ਔਖਾ ਵਾ, ਇਹਦਾ ਮਤਲਬ ਤੈਨੂੰ ਅਸੀਂ ਲੂਜ਼ ਕਰ ਸਕਦੇ ਹਾਂ ਪ੍ਰਿਵਿਲੇਜ ਇਸ ਕਮਰੇ ਦੀ ਲੂਜ਼। ਪਰ ਜੇ ਤੁਸੀਂ ਆਪਣੇ ਬੱਚੇ ਨੂੰ ਇਹ ਕਦੋਂ ਬਹੁਤ ਚਾਂਸਿਸ ਘੱਟ ਆ ਕਿ ਉਹ ਕੋਸ਼ਿਸ਼ ਕਰੂਗਾ ਕਿ ਉਹ ਬੱਚੇ, ਪਰ ਉਹਦੇ ਨਾਲ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਕਿ ਤੁਸੀਂ ਕੋਆਪਰੇਟ ਕਰਨਾ। ਰਿਮੈਂਬਰ ਆਪਦੇ ਵੱਲ ਵੇਖੋ ਕਿ ਮੇਰੀ ਲਾਈਫ ਦੇ ਵਿੱਚ ਡਿਸਆਰਗੇਨਾਈਜੇਸ਼ਨ ਕਿੱਥੇ ਆ, ਮੇਰੀਆਂ ਕਿੱਥੇ ਚੀਜ਼ਾਂ ਖਿਲ ਰਹੀਆਂ ਪਈਆਂ ਵਾ। ਕਿਤੇ ਤਾਂ ਨਹੀਂ ਮੇਰੇ ਰੂਮ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਠੀਕ ਆ ਪਰ ਮੇਰੀਆਂ ਚੀਜ਼ਾਂ ਖਿਲ ਰਹੀਆਂ, ਮੇਰੀ ਕਾਰ 'ਚ ਤਾਂ ਨਹੀਂ ਕਿਤੇ ਮੇਰੀਆਂ ਚੀਜ਼ਾਂ ਖਿਲ ਰਹੀਆਂ ਪਈਆਂ, ਮੇਰੇ ਟਰੱਕ ਦੇ ਵਿੱਚ ਤਾਂ ਨਹੀਂ ਕਿਤੇ ਮੇਰੀਆਂ ਚੀਜ਼ਾਂ ਖਿਲ ਰਹੀਆਂ ਪਈਆਂ, ਮੇਰੀ ਕਿਚਨ ਦੇ ਵਿੱਚ ਤਾਂ ਨਹੀਂ, ਕਲੋਜ਼ਟਾਂ ਦੇ ਵਿੱਚ ਮੇਰੀਆਂ ਚੀਜ਼ਾਂ ਖਿਲ ਰਹੀਆਂ ਪਈਆਂ। ਬਿਕਾਜ਼ ਇੱਕ ਖਿਲਰੇ ਹੋਏ ਰੂਮ ਦਾ ਮਤਲਬ ਆ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਵੀ ਖਿਲ ਰਹੀ ਵੀ ਆ। ਐਂਡ ਤੁਸੀਂ ਆਪਣੇ ਬੱਚੇ ਦੀ ਮਾਨਸਿਕਤਾ ਨੂੰ ਔਰਗੇਨਾਈਜ਼ ਕਰਨਾ ਵਾ, ਉਹਦੇ ਰੂਮ ਨੂੰ ਔਰਗੇਨਾਈਜ਼ ਕਰਕੇ। ਐਂਡ ਉਹ ਤੁਸੀਂ ਉਦੋਂ ਕਰ ਸਕੋਗੇ ਜੇ ਤੁਹਾਡੀ ਵੀ ਮਾਨਸਿਕਤਾ ਔਰਗੇਨਾਈਜ਼ਡ ਆ। ਐਂਡ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਗੀ। ਹੋਰ ਵੀ ਤੁਸੀਂ ਕੁਐਸਚਨ ਭੇਜਦੇ ਰਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕੁਐਸਚਨਸ ਦਾ ਜਵਾਬ ਦਿੱਤਾ ਜਾਵੇ। ਵਾਂਸ ਅਗੇਨ ਥੈਂਕ ਯੂ ਐਵਰੀਵਨ।